रिपोर्ट खारिज हो गई थी, कोई हर्ज नहीं, रिपोर्ट खारिज। लेकिन जिस दिन मैं इस्तीफा दिता सी उस दिन कैप्टन साहब ਨੂੰ भी ये महसूस हो गया ਸੀਗਾ कि हाँ इस्तीफा ਉਹਨਾਂ ਦਾ भी ਆਉਣਾ ਲਾਜ਼ਮੀ ਹੈ। ਉਦੋਂ ਦੇ ਐਡਵੋਕੇਟ ਜਨਰਲ ਦੇ ਦਿੱਲੀ ਦੇ ਨਿੱਜੀ ਦਫ਼ਤਰ ਤੋਂ ਚੰਡੀਗੜ੍ਹ ਦੇ ਸਰਕਾਰੀ ਦਫ਼ਤਰ ਨੂੰ ਈਮੇਲ ਆਇਆ ਸੀ। ਉਹਦੇ ਜਿਹੜੇ ਕੰਟੈਂਟਸ ਨੇ ਉਹ ਕੰਟੈਂਟਸ ਮੈਂ ਹਾਊਸ ਦੇ ਵਿੱਚ ਹੀ ਬੋਲਾਂਗਾ। ਅੱਜ ਪੋਲਿਟਿਕਸ ਦਾ ਸ਼ਿਕਾਰ ਤੁਸੀਂ ਕਿਹੜੇ ਨੰਬਰ ਤੇ ਹੋ, ਪਹਿਲੇ ਦੇ, ਦੂਜੇ ਦੇ, ਤੀਜੇ ਦੇ? ਪੋਲਿਟਿਕਸ ਆਉਂਦੀ ਨਹੀਂ ਜੀ ਔਰ ਮੈਨੂੰ ਪੋਲਿਟਿਕਸ ਸਿੱਖਣੀ ਨਹੀਂ। ਬੇਅਦਬੀ ਦਾ ਮੁੱਦਾ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਵਿੱਚ ਦੁਬਾਰਾ ਕੁਮਰ ਵਿਜੇ ਪ੍ਰਤਾਪ ਸਿੰਘ ਨੇ ਚੁੱਕਿਆ, ਪਰ ਕੁਮਰ ਵਿਜੇ ਪ੍ਰਤਾਪ ਸਿੰਘ ਹੁਣੀ ਇਸ ਮੁੱਦੇ ਨੂੰ ਇਸ ਵਾਰੀ ਵੀ ਸੈਸ਼ਨ ਦੇ ਵਿੱਚ ਸਹੀ ਤਰ੍ਹਾਂ ਦੇ ਨਾਲ ਐਡਰੈਸ ਨਹੀਂ ਕਰ ਪਾਏ। ਈਮੇਲ ਦਾ ਉਹਨਾਂ ਨੇ ਜ਼ਿਕਰ ਕੀਤਾ ਸੀਗਾ, ਜਿਸ ਨੂੰ ਲੈ ਕੇ ਕਾਫੀ ਹਲਚਲ ਹੋਈ। ਸੁਖਬੀਰ ਸਿੰਘ ਬਾਦਲ ਦੇ ਉੱਤੇ ਵੀ ਉਹਨਾਂ ਨੇ ਆਪਣੇ ਢੰਗ ਦੇ ਨਾਲ ਨਿਸ਼ਾਨਾ ਸਾਧਿਆ। ਕੁਮਰ ਵਿਜੇ ਪ੍ਰਤਾਪ ਸਿੰਘ ਸਾਡੇ ਨਾਲ ਗੱਲਬਾਤ ਦੇ ਲਈ ਮੌਜੂਦ ਨੇ, ਵਿਸਤਾਰ ਦੇ ਨਾਲ ਉਹਨਾਂ ਨਾਲ ਪੁੱਛਾਂਗੇ। ਕੁਮਰ ਜੀ, ਸਭ ਤੋਂ ਪਹਿਲਾਂ ਇੱਕ ਗੱਲ, ਜਿਹੜਾ ਤੁਸੀਂ ਸੁਖਬੀਰ ਸਿੰਘ ਬਾਦਲ ਹੁਣਾਂ ਨੂੰ ਲੈ ਕੇ ਕਿਹਾ ਕਿ ਐਲਕੇ ਯਾਦਵ ਵਾਲੀ ਇੱਕ SIT ਸੀਗੀ ਜਿਨ੍ਹਾਂ ਨੇ ਚਾਹ ਪਕੌੜੇ ਖਵਾ ਕੇ ਤੋੜ ਦਿੱਤਾ, ਗਾਂ ਕੋਈ ਢੰਗ ਦੇ ਨਾਲ ਜਾਂਚ ਨਹੀਂ ਹੋਈ, ਪੁੱਛ ਪੜਤਾਲ ਨਹੀਂ ਹੋਈ, ਥੋੜਾ ਜਿਹਾ ਵਿਸਤਾਰ ਚ ਦੱਸੋ ਐਗਜ਼ੈਕਟਲੀ ਕੀ ਹੋਇਆ ਸੀਗਾ। ਨਹੀਂ ਦੇਖੋ, ਸਭ ਤੋਂ ਪਹਿਲਾਂ ਤਾਂ ਇਹ ਗੱਲ ਹੈ ਕਿ LK यादव ਨੂੰ SIT ਦਾ ਮੁਖੀ ਕਿਸ ਤਰ੍ਹਾਂ ਬਣਾਇਆ ਗਿਆ। ਠੀਕ ਹੈ, ਮੇਰੀ ਵਾਲੀ ਰਿਪੋर्ट ਖਾरिज ਹੋ ਗਈ ਜੀ, ਕੋਈ ਹਰਜ ਨਹੀਂ, ਰਿਪੋर्ट ਖਾरिज ਹੋ ਗਈ। ਮਾਨਯੋਗ ਹਾਈ ਕੋਰਟ ਨੇ ਆਰਡਰ ਕੀਤਾ ਸੀ ਕਿ ਇੱਕ ADGP ਰੈਂਕ ਦਾ ਅਫਸਰ ਇਸ ਦੀ ਤਫਤੀਸ਼ ਕਰੇ ਜੀ। ਉਸ ਦੇ ਅੰਡਰ ਹੋਰ ਵੀ ਅਫਸਰ ਹੋ ਸਕਦੇ ਨੇ, ਬਹੁਤ ਸਾਰੇ ADGP ਤੇ DGP ਰੈਂਕ ਦੇ ਅਫਸਰ ਉਦੋਂ ਸੀਗੇ। ਲੇਕਿਨ 4 ਮਈ ਨੂੰ ਇੱਕ ਪ੍ਰਮੋਸ਼ਨ ਆਰਡਰ ਆਇਆ ਸਰਕਾਰ ਵੱਲੋਂ, ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਸੀਗੀ। 4 ਮਈ 2021 ਨੂੰ ਇੱਕ ਆਰਡਰ ਆਇਆ, ਪ੍ਰਮੋਸ਼ਨ ਆਰਡਰ, ਜਿਹਦੇ ਵਿੱਚ 8 ਅਫਸਰਾਂ ਦੀ ਤਰੱਕੀ ਕੀਤੀ ਗਈ ਸੀਗੀ, ਪ੍ਰਮੋਸ਼ਨ ਕੀਤਾ ਗਿਆ ਸੀ, ਕਿਉਂਕਿ ਉਦੋਂ LK यादव IG ਦੇ ਰੈਂਕ ਦੇ ਵਿੱਚ। ਹੁਣ ਤੁਸੀਂ ਦੇਖੋਗੇ ਉਹਦੇ ਵਿੱਚ 8ਵੇਂ ਨੰਬਰ ਤੇ LK यादव ਦਾ ਨਾਮ ਸੀ। ਇਹਦਾ ਮਤਲਬ ਹੈ ਕਿ 7 ਅਫਸਰਾਂ ਨੂੰ ਪ੍ਰਮੋਸ਼ਨ ਦਿੱਤਾ ਗਿਆ ਸਿਰਫ ਇਸ ਕਰਕੇ ਕਿ LK यादव ਨੂੰ ਵੀ ADGP ਬਣਾ ਦਿੱਤਾ ਜਾਵੇ। ਔਰ ਫਿਰ 7 ਮਈ ਨੂੰ LK यादव ਨੂੰ ਸਿੱਟ ਦਾ ਮੁਖੀ ਬਣਾ ਦਿੱਤਾ ਗਿਆ। ਇਹ ਸਾਰਾ ਕੁਝ ਜੋ ਹੋਇਆ, ਇਹ ਸਾਰਾ ਕੁਝ ਹੋਇਆ ਇੱਕ ਸੋਚੀ ਸਮਝੀ ਸਜੀਸ਼ ਦੇ ਤਹਿਤ ਹੋਇਆ ਜੀ। ਉਹ ਸਰਕਾਰ ਚਾਹੁੰਦੀ ਸੀ ਕਿ ਰਿਪੋर्ट ਖਾरिज ਹੋ ਜਾਵੇ। ਲੇਕਿਨ ਜਿਸ ਦਿਨ ਮੈਂ ਇਸਤੀਫਾ ਦਿੱਤਾ ਸੀ ਉਸ ਦਿਨ ਕੈਪਟਨ ਸਾਹਿਬ ਨੂੰ ਵੀ ਇਹ ਮਹਿਸੂਸ ਹੋ ਗਿਆ ਸੀਗਾ ਕਿ ਹਾਂ इस्तीफा ਉਹਨਾਂ ਦਾ भी ਆਉਣਾ ਲਾਜ਼ਮੀ ਹੈ। ਆ ਜਾਵੇ, ਕੱਲ ਆਵੇ, ਮਹੀਨਾ ਬਾਅਦ ਆਵੇ, 2-4 ਮਹੀਨੇ ਬਾਅਦ ਆਵੇ। ਮੇਰੇ ਇਸਤੀਫੇ ਤੋਂ ਬਾਅਦ ਉਹਨਾਂ ਨੂੰ ਪਤਾ ਲੱਗ ਗਿਆ ਸੀ। ਇਸ ਕਰਕੇ ਤੁਸੀਂ ਦੇਖੋਗੇ ਕਿ ਉਹਨਾਂ ਨੇ ਕੋਸ਼ਿਸ਼ ਕੀਤੀ ਮੈਨੂੰ ਮਨਾਉਣ ਦੀ, ਤੇ ਮੇਰਾ ਬਿਆਨ ਵੀ ਹੈ ਕਿ ਕੈਪਟਨ ਸਾਹਿਬ ਨੇ ਮੈਨੂੰ ਮਨਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਮੈਂ ਉਹਨਾਂ ਨੂੰ ਮਨਾਉਣ ਦੇ ਵਿੱਚ ਕਾਮਯਾਬ ਰਿਹਾ। ਮੈਂ ਇਸਤੀਫਾ ਅਸੀਂ ਇੰਟਰਵਿਊ 'ਚ ਡਿਸਕਸ ਕੀਤਾ ਸੀ। ਠੀਕ ਹੈ, लेकिन उन्होंने पता सी कि यह इस्तीफा साधारण इस्तीफा नहीं है, क्योंकि वो बहुत तगड़े सियासतदान ने। आज भी चलो सियासत दे विच कुछ ना कुछ करी जा रहे हैं, पार्टी भी बदल रहे हैं, जो कर रहे हैं, लेकिन देखो ये जिहड़ा इस्तीफा सीगा ना जी, ये इस्तीफा सब तो पहला उस इस्तीफे तो बाद जाखड़ साहब का इस्तीफा आया। जाखड़ साहब का इस्तीफा आया, सुनो क्रोनोलॉजी देखो। जाखड़ साहब दी थां सिद्धू साहब प्रधान बन गए। फिर कैप्टन साहब ने जश्नू अपना मतलब प्रिंसिपल चीफ एडवाइजर लगाया हुआ सी, बहुत बड़ा चोण रणनीतिकार है, ਉਹਦਾ इस्तीफा आया 5 अगस्त ਨੂੰ। और फिर 18 सितंबर ਨੂੰ कैप्टन साहब ਦਾ भी इस्तीफा आया। ਤੁਸੀਂ ਦੇਖੋਗੇ ਕਿ ਜਦੋਂ ਉਹ ਗਵਰਨਰ ਹਾਊਸ ਤੋਂ ਨਿਕਲੇ ਤੇ ਸਾਹਮਣੇ ਹੀ ਗਵਰਨਰ ਹਾਊਸ ਦੇ ਬੋਲ ਰਹੇ ਨੇ ਕਿ ਮੈਨੂੰ ਜਲੀਲ ਕੀਤਾ ਗਿਆ ਜੀ, ਮੈਨੂੰ ਜਲੀਲ ਕੀਤਾ ਗਿਆ। ਲੇਕਿਨ ਜਲੀਲ ਉਹਨਾਂ ਨੇ ਮੈਨੂੰ ਕੀਤਾ ਸੀ, ਇਹ ਰਿਪੋर्ट ਖਾरिज ਕਰਵਾ ਕੇ, और सारे पंजाब ਨੂੰ ਕੀਤਾ ਸੀ। और ਉਸੇ ਗਵਰਨਰ ਹਾਊਸ ਦੇ ਵਿੱਚ ਮੈਂ 16 ਅਪ੍ਰੈਲ ਨੂੰ ਵੀ ਗਿਆ ਸੀ। ਮੈਂ ਵੀ ਉਸ ਗਵਰਨਰ ਹਾਊਸ ਤੋਂ ਆਇਆ ਸੀ 16 ਅਪ੍ਰੈਲ ਨੂੰ, ਜਦੋਂ ਇਹ ਮੇਰਾ ਇਸਤੀਫਾ ਨਹੀਂ ਸਵੀਕਾਰ ਕਰ ਰਹੇ ਸੀਗੇ। ਔਰ 18 ਸਤੰਬਰ ਨੂੰ ਉਹਨਾਂ ਨੂੰ ਉਸੇ ਥਾਂ ਤੇ ਬੋਲਣਾ ਪਿਆ ਜਾਂ ਜਲੀਲ ਹੋਣਾ ਪਿਆ, ਔਰ ਜਨਤਕ ਤੌਰ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਜਲੀਲ ਹੋਣਾ ਪਿਆ। ਲੇਕਿਨ ਤੁਸੀਂ ਦੇਖੋਗੇ, ਤੁਸੀਂ ਜਸ ਈਮੇਲ ਦੀ ਗੱਲ ਕਰ ਰਹੇ, ਮੈਂ ਈਮੇਲ ਦਾ ਹੀ ਪੁੱਛਣਾ ਚਾਹਨਾ। ਤੁਸੀਂ ਈਮੇਲ ਦੀ ਸਭ ਤੋਂ ਵੱਡੀ ਗੱਲ ਜਿਹੜੀ ਕੱਲ ਕਹੀ ਸੀ ਵੀ ਕਿ ਈਮੇਲ ਆਈ ਤੁਹਾਨੂੰ ਕਿ ਇਸ ਰਿਪੋਰਟ ਨੂੰ, ਇਸ ਜਾਂਚ ਨੂੰ ਖਤਮ ਕੀਤਾ ਜਾਏ, ਰੱਦ ਕੀਤਾ ਜਾਏ, ਕੀ ਸੀ ਉਸ ਈਮੇਲ 'ਚ ਔਰ ਕਿੰਨੇ ਭੇਜੀ ਸੀ? ਸੁਣੋ, 9 ਅਪ੍ਰੈਲ ਨੂੰ ਉਹ ਈਮੇਲ ਆਇਆ ਸੀ, ਮੈਨੂੰ ਨਹੀਂ ਆਇਆ ਸੀ, ਰਿਪੋर्ट ਖਾरिज ਹੋ ਗਈ ਸੀ।
ਉਦੋਂ ਦੇ ਐਡਵੋਕੇਟ ਜਨਰਲ ਦੇ ਦਿੱਲੀ ਦੇ ਨਿੱਜੀ ਦਫ਼ਤਰ ਤੋਂ ਚੰਡੀਗੜ੍ਹ ਦੇ ਸਰਕਾਰੀ ਦਫ਼ਤਰ ਨੂੰ ਈਮੇਲ ਆਇਆ ਸੀ ਉਸ ਦਿਨ ਦੀ ਪ੍ਰੋਸੀਡਿੰਗ ਦੇ ਬਾਰੇ, ਉਸ ਦਿਨ ਦੀ ਪ੍ਰੋਸੀਡਿੰਗ ਦੇ ਬਾਰੇ। ਤੇ ਉਹਦੇ ਜਿਹੜੇ ਕੰਟੈਂਟਸ ਨੇ ਉਹ ਕੰਟੈਂਟਸ ਮੈਂ ਹਾਊਸ ਦੇ ਵਿੱਚ ਹੀ ਬੋਲਾਂਗਾ। ਅੱਜ ਮੈਂ ਬੋਲਣਾ ਚਾਹੁੰਦਾ ਸੀ, ਸੋਮਵਾਰ ਨੂੰ ਜ਼ਰੂਰ ਕੋਸ਼ਿਸ਼ ਕਰਾਂਗਾ। ਮੈਂ ਬੇਨਤੀ ਕਰਾਂਗਾ ਮਾਨਯੋਗ ਸਪੀਕਰ ਸਾਹਿਬ, ਤੁਸੀਂ ਬੋਲੋ ਕੁਮਰ ਸਾਹਿਬ, ਤੁਸੀਂ ਬੋਲੋ। ਤੁਸੀਂ ਥੋੜਾ ਜਿਹਾ ਇਹ ਦੱਸ ਦਿਓ ਵੀ ਉਹ ਈਮੇਲ ਕਿੰਨੇ ਕੀਤੀ ਸੀ ਔਰ ਕਿੰਨੇ ਰਿਸੀਵ ਕੀਤੀ, ਥੋੜਾ ਜਿਹਾ ਇਹ ਪਬਲਿਕ ਜ਼ਰੂਰ ਕਰੋ। ਤੁਸੀਂ ਕੰਟੈਂਟ ਉਹਦੇ ਸੈਸ਼ਨ 'ਚ ਬੋਲਦੇ, ਪਰ ਤੁਸੀਂ ਇੰਨਾ ਜਿਹਾ ਤਾਂ ਦੱਸੋ, ਕਿਉਂਕਿ ਇਹ ਗੱਲ ਤੁਸੀਂ ਕੱਲ ਵੀ ਈਮੇਲ ਵਾਲੀ ਕਹਿ ਕੇ ਗਏ ਸੀ। ਐਟਲੀਸਟ ਤੁਸੀਂ ਇਤਨਾਮ ਤੇ ਲਵੋ ਸਰ, ਕਿ ਅਸੀਂ ਆਪੋਜੀਸ਼ਨ ਨੂੰ ਵੀ ਸਵਾਲ ਕਰਨਾ ਹੁੰਦਾ। ਸੁਣੋ ਤੁਸੀਂ, ਉਦੋਂ ਦੇ ਐਡਵੋਕੇਟ ਜਨਰਲ ਦੇ ਦਿੱਲੀ ਦੇ ਨਿੱਜੀ ਦਫ਼ਤਰ ਤੋਂ ਚੰਡੀਗੜ੍ਹ ਦੇ ਉਹਨਾਂ ਦੇ ਸਰਕਾਰੀ ਦਫ਼ਤਰ ਦੇ ਵਿੱਚ ਆਇਆ ਸੀ ਤੇ ਮਾਨਯੋਗ ਡੀਜੀਪੀ ਸਾਹਿਬ ਪੰਜਾਬ ਨੂੰ ਉਹਦੀ ਕਾਪੀ ਕੀਤੀ ਗਈ ਸੀ ਔਰ ਹੋਰ ਵੀ ਕਈ ਅਫਸਰਾਂ ਨੂੰ ਕਾਪੀ ਕੀਤੀ ਗਈ ਸੀ। ਔਰ ਪ੍ਰੋਸੀਡਿੰਗ ਦੇ ਬਾਰੇ ਸੀਗਾ ਕਿ ਉਸ ਦਿਨ ਅਦਾਲਤ ਦੇ ਵਿੱਚ ਕੀ ਪ੍ਰੋਸੀਡਿੰਗ ਹੋਈ ਹੈ। ਮੈਂ ਸੋਮਵਾਰ ਨੂੰ ਬੇਨਤੀ ਕਰਾਂਗਾ ਫਿਰ ਹਾਊਸ ਦੇ ਵਿੱਚ, ਔਰ ਮੈਂ ਪੜ੍ਹ ਕੇ ਸੁਣਾਵਾਂਗਾ ਹਾਊਸ ਦੇ ਵਿੱਚ। ਇਸ ਕਰਕੇ ਅੱਜ ਕੰਟੈਂਟਸ ਤੁਸੀਂ ਕੰਟੈਂਟਸ ਨਾ ਦੱਸੋ, ਤੁਸੀਂ ਵਨ ਲਾਈਨਰ ਦੱਸ ਦਿਓ ਵੀ ਉਹਦਾ ਮਕਸਦ ਕੀ ਸੀ ਉਸ ਈਮੇਲ ਦਾ। ਉਹਦਾ ਮਕਸਦ ਇਹ ਸੀਗਾ, ਉਹ ਉਸ ਈਮੇਲ ਨੂੰ ਪੜ੍ਹ ਕੇ ਤੁਹਾਨੂੰ ਉਸ ਈਮੇਲ ਨੂੰ ਹੀ ਪੜ੍ਹ ਕੇ ਜਦੋਂ ਕਿਸੇ ਅਫਸਰ ਨੇ ਉਹਦੀ ਕਾਪੀ ਮੈਨੂੰ ਸੈਂਡ ਕੀਤੀ, ਕਿਸੇ ਅਫਸਰ ਨੇ ਜਿਹਦੇ ਕੋਲ ਆਇਆ ਸੀ, ਕਈ ਅਫਸਰ ਸੀਗੇ, ਉਹਨਾਂ ਨੇ ਮੈਨੂੰ ਉਹ ਈਮੇਲ ਪੜ੍ਹ ਕੇ ਦੇਖੋ, ਕੋਈ ਵੀ ਆਈਪੀਐਸ ਅਫਸਰ ਜਿਸ ਦਾ ਜ਼ਮੀਰ ਜਾਗਦਾ ਹੋਵੇ ਉਹ ਨੌਕਰੀ ਨਹੀਂ ਕਰ ਸਕਦਾ ਜੀ। ਉਸ ਈਮੇਲ ਨੂੰ ਪੜ੍ਹ ਕੇ ਇਹ ਲੱਗਦਾ ਹੈ ਕਿ ਉਹ ਆਰਡਰ ਸੀਗਾ, ਉਹ ਆਰਡਰ ਸਰਕਾਰ ਨੇ ਪ੍ਰੋਕਿਓਰ ਕੀਤਾ ਸੀ, ਲਿਆ ਸੀਗਾ, ਕਿਉਂਕਿ ਉਹ ਚਾਹੁੰਦੇ ਐਡਵੋਕੇਟ ਜਨਰਲ ਜੇਕਰ ਬਿਮਾਰ ਹੈ ਤਾਂ ਮੈਂ ਵੀ ਤਾਂ 8 ਤਾਰੀਖ ਨੂੰ ਮਿਲ ਕੇ ਬੇਨਤੀ ਕੀਤੀ ਸੀ ਕੈਪਟਨ ਸਾਹਿਬ ਨੂੰ ਕਿ ਤੁਸੀਂ ਡੇਟ ਹੀ ਲੈ ਲਓ ਜੀ। ਤੁਹਾਨੂੰ ਕਿਉਂ ਇੰਨੀ ਜਲਦਬਾਜ਼ੀ ਕਿਉਂ ਹੈ? ਕਿਉਂ ਤੁਸੀਂ ਕੋਈ ਆਰਡਰ ਲੈਣਾ ਚਾਹ ਰਹੇ ਹੋ? ਸਰਕਾਰ ਦੇ ਐਡਵਰਸ ਤੁਸੀਂ ਕਿਉਂ ਲੈਣਾ ਚਾਹ ਰਹੇ ਹੋ? ਜੋ ਰਿਪੋਰਟ 27 ਮਈ 2019 ਨੂੰ ਪੇਸ਼ ਹੋਈ ਹੈ, ਅਦਾਲਤ ਦੇ ਵਿੱਚ ਪੇਸ਼ ਹੋਈ ਹੈ, ਫਰੀਦਕੋਟ ਦੀ ਮਾਨਯੋਗ ਜੁਡੀਸ਼ੀਅਲ ਮੈਜਿਸਟ੍ਰੇਟ JMIC ਫਸਟ ਕਲਾਸ ਦੀ ਅਦਾਲਤ ਦੇ ਵਿੱਚ ਪੇਸ਼ ਹੋਈ ਹੈ ਔਰ ਸੈਸ਼ਨ ਕੋਰਟ ਨੇ ਜਿਸ ਰਿਪੋਰਟ ਨੂੰ ਓਕੇ ਕੀਤਾ ਹੋਇਆ ਹੈ, ਉਸ ਰਿਪੋਰਟ ਨੂੰ ਤੁਸੀਂ ਹਾਈ ਕੋਰਟ ਤੋਂ ਖਾਰਿਜ ਕਰਵਾ ਰਹੇ ਹੋ। ਕਿਉਂ ਖਾਰਿਜ ਕਰਵਾ ਰਹੇ ਹੋ? ਇੱਕ ਦਿਨ ਪਹਿਲਾਂ ਮੈਂ ਮਿਲ ਕੇ ਕਿਹਾ ਸੀ, ਜਦੋਂ ਮੈਨੂੰ ਪਤਾ ਲੱਗ ਗਿਆ ਕਿ ਕੱਲ ਇਹ ਰਿਪੋਰਟ ਖਾਰਿਜ ਕਰਵਾਉਣਗੇ ਕੈਪਟਨ ਸਾਹਿਬ, ਠੀਕ ਹੈ ਕਿ ਨਹੀਂ? ਦੇਖੋ ਸਾਰਿਆਂ ਨੂੰ ਤੁਸੀਂ ਪੁੱਛੋ ਤਾਂ ਸਹੀ। ਇਹ ਗੱਲ ਤੁਸੀਂ ਪਹਿਲੇ ਦੱਸ ਚੁੱਕੇ ਹੋ, ਇਹ ਰਿਪੋਰਟ ਹੋ ਚੁੱਕਿਆ ਪੂਰੀ ਤਰ੍ਹਾਂ ਦੇ ਨਾਲ। ਈਮੇਲ ਦਾ ਖੁਲਾਸਾ ਤੁਸੀਂ ਹੁਣ ਨਵਾਂ ਕਰਨ ਜਾ ਰਹੇ ਹੋ। ਦੂਸਰੀ ਚੀਜ਼ ਇਹ, ਜਦੋਂ ਕੁਮਰ ਵਿਜੇ ਪ੍ਰਤਾਪ ਸਿੰਘ ਹਾਊਸ ਦੇ ਵਿੱਚ ਬੋਲ ਨਹੀਂ ਪਾਉਂਦੇ, ਪਿਛਲੇ ਸੈਸ਼ਨ 'ਚ ਵੀ ਤੁਹਾਨੂੰ ਕੋਸ਼ਿਸ਼ ਕੀਤੀ, ਇਸ ਸੈਸ਼ਨ 'ਚ ਵੀ ਜਿਸ ਤਰ੍ਹਾਂ ਦੇ ਨਾਲ ਤੁਸੀਂ ਬੋਲ ਨਹੀਂ ਪਾਏ, ਚਰਚਾ ਦੇਖੋ ਸਿਆਸੀ ਸਫਾ 'ਚ ਵੀ ਚੱਲਦੀ ਹੈ ਕਿ ਕੁਮਰ ਵਿਜੇ ਪ੍ਰਤਾਪ ਸਿੰਘ ਨੂੰ ਕਿਤੇ ਪਿੱਛੇ ਧੱਕਿਆ ਜਾ ਰਿਹਾ ਹੈਗਾ। ਇੰਟਰਨਲ ਪੋਲਿਟਿਕਸ ਦਾ ਸ਼ਿਕਾਰ ਕੁਮਰ ਵਿਜੇ ਪ੍ਰਤਾਪ ਸਿੰਘ ਆਪਣੀ ਪਾਰਟੀ ਦੇ ਵਿੱਚ ਵੀ ਹੋ ਰਿਹਾ। ਬੇਅਦਬੀ ਦੇ ਮੁੱਦੇ ਤੇ, ਗੋਲੀकांड ਦੇ ਮੁੱਦੇ ਤੇ ਉਹਨਾਂ ਨੂੰ ਗੱਲ ਰੱਖਣ ਦਾ ਸਮਾਂ ਹੀ ਨਹੀਂ ਦਿੱਤਾ ਜਾ ਰਿਹਾ, ਕਿਉਂਕਿ ਇਹ ਚੀਜ਼ ਕਿਤੇ ਪੋਲਿਟੀਕਲ ਲੈਂਡਸਕੇਪ ਤੇ ਅੱਗੇ ਲੈ ਆਏਗੀ ਕੁਮਰ ਵਿਜੇ ਪ੍ਰਤਾਪ ਨੂੰ। ਦੇਖੋ 99 ਦਸੰਬਰ ਦੇ ਵਿੱਚ ਮੈਂ ਨੌਕਰੀ ਜੁਆਇਨ ਕੀਤੀ ਸੀ। ਟ੍ਰੇਨਿੰਗ ਤੋਂ ਬਾਅਦ ਸਿੱਧੇ ਅੰਮ੍ਰਿਤਸਰ ਦੇ ਵਿੱਚ ਮੇਰੀ ਪੋਸਟਿੰਗ ਹੋਈ ਸੀ ਔਰ ਉਦੋਂ ਤੋਂ ਹੀ ਮੈਂ ਰਾਜਨੀਤੀ ਦਾ ਸ਼ਿਕਾਰ ਹਮੇਸ਼ਾ ਹੀ ਰਿਹਾ ਹਾਂ ਜੀ। ਕਿਉਂ ਕਿ ਮੇਰੀ ਕੋਸ਼ਿਸ਼ ਹੁੰਦੀ ਸੀ ਆਮ ਲੋਕਾਂ ਨੂੰ, ਗਰੀਬ ਲੋਕਾਂ ਨੂੰ, ਜੋ ਸਮਾਜ ਦੇ ਦਬੇ ਕੁਚਲੇ ਲੋਕ ਨੇ, ਉਹਨਾਂ ਨੂੰ ਇਨਸਾਫ ਦਿਲਾਉਣ ਵਾਸਤੇ ਮੈਂ ਪ੍ਰਯਾਸ ਕਰਦਾ ਸੀ। ਪਰ ਕੁਮਰ ਨੇ ਕਦੇ ਇਹ ਸੋਚਿਆ ਸੀ ਵੀ ਮੈਂ ਬਦਲਾਵ ਤੋਂ ਬਾਅਦ ਵੀ ਰਾਜਨੀਤੀ ਦਾ ਸ਼ਿਕਾਰ ਹੋਵਾਂਗਾ? ਸਮੱਸਿਆ ਤੇ ਇਹ ਹੈ, ਗੱਲ ਤੇ ਇਹ ਹੈ। ਸਹੀ। ਤੇ ਭਾਵੇਂ ਸਰਕਾਰ ਅਕਾਲੀ ਦਲ ਦੀ ਸਰਕਾਰ ਸੀਗੀ ਜਦੋਂ ਮੈਂ ਨੌਕਰੀ ਜੁਆਇਨ ਕੀਤੀ ਸੀ, ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ, ਫਿਰ 2 ਵਾਰੀ ਅਕਾਲੀ ਦਲ ਦੀ ਸਰਕਾਰ ਰਹੀ, ਫਿਰ ਕਾਂਗਰਸ ਦੀ ਸਰਕਾਰ ਆਈ ਔਰ ਉਸ ਸਰਕਾਰ ਦੇ ਵਿੱਚ ਮੈਂ ਇਸਤੀਫਾ ਦੇ ਦਿੱਤਾ ਸੀ। ਤੇ ਮੇਰੇ ਪੂਰੇ ਟੈਨਿਓਰ ਦੇ ਵਿੱਚ ਤੁਸੀਂ ਦੇਖੋਗੇ, ਕਿਉਂਕਿ ਮੈਂ ਲੋਕਾਂ ਦੀ ਲੜਾਈ ਲੜਦਾ ਸੀ, ਮੈਂ ਆਪਣੀ ਲੜਾਈ ਨਹੀਂ ਲੜਦਾ ਸੀ, ਠੀਕ ਹੈ? ਲੋਕਾਂ ਦੀ ਲੜਾਈ ਲੜਨ ਕਰਕੇ ਦੇਖੋ ਮੈਨੂੰ ਰਾਜਨੀਤੀ ਦਾ ਸ਼ਿਕਾਰ ਬਣਾਇਆ ਗਿਆ ਔਰ ਪੋਲਿਟੀਕਲ ਵਿਕਟਿਮ ਤੁਸੀਂ ਫਰਸਟ, ਸੈਕੰਡ, ਥਰਡ ਪੂਰੇ ਮਤਲਬ 20-25 ਸਾਲਾਂ ਦੇ ਵਿੱਚ ਦੇਖੋਗੇ ਤਾਂ ਮੈਂ ਕਿਸੇ ਨਾ ਕਿਸੇ ਪੋਜੀਸ਼ਨ ਤੇ ਜ਼ਰੂਰ ਆਵਾਂਗਾ, ਜਾਂ ਤਾਂ ਪਹਿਲੇ ਨੰਬਰ ਤੇ, ਜਾਂ ਦੂਸਰੇ ਨੰਬਰ ਤੇ, ਜਾਂ ਤੀਸਰੇ ਨੰਬਰ ਤੇ। ਅੱਜ ਪੋਲਿਟਿਕਸ ਦਾ ਸ਼ਿਕਾਰ ਤੁਸੀਂ ਕਿਹੜੇ ਨੰਬਰ ਤੇ ਹੋ? ਪਹਿਲੇ ਦੇ, ਦੂਜੇ ਦੇ, ਤੀਜੇ ਦੇ? ਦੇਖੋ ਤੁਸੀਂ ਆਪਣੇ ਮੂੰਹ ਬੋਲੋ ਜਾਂ ਨਾ ਬੋਲੋ, ਇਹ ਨਹੀਂ ਹੈ ਵੀ ਸੱਚ ਛੁਪਿਆ ਹੋਇਆ ਹੈਗਾ, ਹੈਨਾ? ਪੰਜਾਬ ਇਹ ਗੱਲ ਕਰਦਾ ਪੂਰਾ ਵੀ ਕੁਮਰ ਵਿਜੇ ਪ੍ਰਤਾਪ ਸਿੰਘ ਅੱਜ ਵੀ ਆਪਣੀ ਪਾਰਟੀ ਦੇ ਵਿੱਚ ਵੀ ਰਾਜਨੀਤੀ ਦਾ ਸ਼ਿਕਾਰ ਹੋ ਰਿਹਾ। ਤੁਸੀਂ ਅਫਸਰ ਚੰਗੇ ਹੋ ਸਕਦੇ, ਪੋਲੀਟੀਸ਼ੀਅਨ ਚੰਗੇ ਨਹੀਂ ਹੈਗੇ। ਨਹੀਂ, ਦੇਖੋ ਮੈਂ ਦੂਸਰੀ ਗੱਲ ਇਹੀ ਕਹਿਣਾ ਚਾਹੁੰਦਾ ਸੀ ਕਿ ਮੈਨੂੰ ਪੋਲਿਟਿਕਸ ਆਉਂਦੀ ਨਹੀਂ ਜੀ ਔਰ ਮੈਨੂੰ ਪੋਲਿਟਿਕਸ ਸਿੱਖਣੀ ਨਹੀਂ। ਮੈਂ ਪੂਰੀ ਕੈਂਪੇਨਿੰਗ ਦੇ ਦੌਰਾਨ, ਖਾਸ ਕਰਕੇ ਦੇਖੋ ਮੇਰਾ ਇਲੈਕਸ਼ਨ ਤਾਂ ਅੰਮ੍ਰਿਤਸਰ ਦੇ ਲੋਕਾਂ ਨੇ ਲੜਿਆ ਸੀ, ਮੈਂ ਤਾਂ ਪਠਾਨਕੋਟ ਤੋਂ ਲੈ ਕੇ ਪਟਿਆਲਾ, ਸਮਾਣਾ ਤੱਕ ਔਰ ਇਵਨ ਤੁਸੀਂ ਕਹੋ ਫਰੀਦਕੋਟ, ਬਾਗਾ ਪੁਰਾਣਾ, ਮਤਲਬ ਕੋਈ ਐਸਾ ਜ਼ਿਲ੍ਹਾ ਨਹੀਂ ਹੈ ਜਿੱਥੇ ਮੈਂ ਨਹੀਂ ਗਿਆ ਜੀ। ਮੈਂ ਤਾਂ ਜ਼ਿਆਦਾ ਅੰਮ੍ਰਿਤਸਰ ਤੋਂ ਬਾਹਰ ਹੀ ਰਹਿੰਦਾ ਸੀ ਕੈਂਪੇਨਿੰਗ ਦੇ ਦੌਰਾਨ।
ਤਾਂ ਮੇਰਾ ਇਲੈਕਸ਼ਨ ਅੰਮ੍ਰਿਤਸਰ ਦੀ ਜਨਤਾ ਨੇ ਲੜ ਲਿਆ। ਮੈਂ ਉਹਨਾਂ ਨੂੰ ਦੱਸ ਦਿੱਤਾ ਸੀ ਕਿ ਮੈਨੂੰ ਰਾਜਨੀਤੀ ਆਉਂਦੀ ਨਹੀਂ ਔਰ ਮੈਨੂੰ ਰਾਜਨੀਤੀ ਕਰਨੀ ਵੀ ਨਹੀਂ ਹੈ। ਜੋ ਤੁਸੀਂ ਕਹੋਗੇ ਵਹੀ ਕੰਮ ਮੈਨੂੰ ਕਰਨਾ ਹੈ ਜੀ। ਤਾਂ ਮੇਰਾ ਇਲੈਕਸ਼ਨ, ਤੁਸੀਂ ਆਏ ਸੀਗੇ ਉਸ ਦੌਰਾਨ ਅੰਮ੍ਰਿਤਸਰ ਦੇ ਵਿੱਚ ਵੀ, ਮੇਰਾ ਇਲੈਕਸ਼ਨ ਦੇਖੋ ਅੰਮ੍ਰਿਤਸਰ ਦੀ ਜਨਤਾ ਨੇ ਬਖੂਬੀ ਲੜ ਲਿਆ ਔਰ ਰਿਕਾਰਡ ਇੱਕ ਬਣਾਇਆ ਅੰਮ੍ਰਿਤਸਰ ਨਾਰਥ ਦੇ ਵਿੱਚ, ਇੱਕ ਉਹਨਾਂ ਨੇ ਰਿਕਾਰਡ ਬਣਾਇਆ, ਠੀਕ ਹੈ ਕਿ ਨਹੀਂ। ਔਰ ਬਹੁਤ ਹੀ ਮਤਲਬ ਤੁਸੀਂ ਕਹੋ ਹਲਕੇ ਦੇ ਲੋਕ ਕਹਿੰਦੇ ਨੇ ਅਜੇ ਵੀ ਤੁਸੀਂ ਜਿਸ ਕਰਕੇ ਐਮਐਲਏ ਬਣਾਏ ਉਹ ਗੱਲ ਹੋ ਨਹੀਂ ਪਾ ਰਹੀ, ਤੁਹਾਨੂੰ ਦੱਬ ਲਿਆ, ਐਡੇ ਸਟ੍ਰਿਕਟ ਮੰਨੇ ਜਾਂਦੇ ਅਫਸਰ ਨੂੰ। ਔਰ ਮੈਂ ਇੱਕ ਆਖਰੀ ਸਵਾਲ ਕਰਨਾ, ਦੋਨਾਂ ਦਾ ਸਵਾਲ ਦਿਓ, ਸੱਜੇ ਖੱਬੇ ਜਵਾਬ ਨਾਲ ਲੈ ਕੇ ਜਾਇਓ। ਪਹਿਲੀ ਗੱਲ, ਹਲਕੇ ਦੇ ਲੋਕ ਕਹਿੰਦੇ ਨੇ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਅੰਦਰੂਨੀ ਸਿਆਸਤ ਦਾ ਸ਼ਿਕਾਰ ਹੋ ਗਏ। ਦੂਸਰੀ ਗੱਲ ਇਹ, ਤੁਸੀਂ ਕੱਲ ਵਿਧਾਨ ਸਭਾ ਦੇ ਵਿੱਚ ਕਿਹਾ ਸੀ ਕਿ 6 ਸਾਲਾਂ 'ਚ ਬੇਅਦਬੀ ਦੇ ਮਸਲੇ ਦੇ ਕੁਝ ਨਹੀਂ ਹੋਇਆ, ਕਰੀਬਨ ਉਹ 6 ਮਹੀਨੇ ਤੁਹਾਡੀ ਸਰਕਾਰ ਦੇ ਵੀ ਇਸ ਦੇ ਵਿੱਚ ਇਨਕਲੂਡ ਹੋ ਜਾਂਦੇ ਆ। ਇਹਨਾਂ ਦੋਨਾਂ ਗੱਲਾਂ ਦਾ ਮਤਲਬ ਕੀ ਸੀਗਾ ਔਰ ਤੁਹਾਡੇ ਕਈ ਸ਼ਬਦ ਨੇ, ਹੁਣ ਇਹਨੂੰ ਕਲੀਅਰ ਕਰਿਓ। ਦੇਖੋ, ਸਭ ਤੋਂ ਪਹਿਲਾਂ ਜੀ ਮੈਂ ਨਤਮਸਤਕ ਹੁੰਦਾ ਹਾਂ ਅੰਮ੍ਰਿਤਸਰ ਦੇ ਲੋਕਾਂ ਦੇ ਸਾਹਮਣੇ ਜੀ। ਮੈਂ ਉਹਨਾਂ ਦਾ ऋणी ਰਹਾਂਗਾ ਜੀ, ਹਮੇਸ਼ਾ ਵਾਸਤੇ ऋणी ਰਹਾਂਗਾ, ਠੀਕ ਹੈ, ਤਾ ਉਮਰ ऋणी ਰਹਾਂਗਾ, ਕਿਉਂਕਿ ਉਹਨਾਂ ਦਾ ਇਹ ਇੱਕ ਅਹਿਸਾਨ ਹੋਇਆ ਜੀ ਮੇਰੇ ਉੱਤੇ, ਠੀਕ ਹੈ। ਜਦੋਂ ਮੈਂ ਨੌਕਰੀ ਛੱਡ ਕੇ, ਜਦੋਂ ਮੈਂ ਕੁਝ ਵੀ ਨਹੀਂ ਸੀਗਾ ਔਰ ਉਹਨਾਂ ਨੇ ਹੀ ਕਿਹਾ ਕਿ ਨਹੀਂ ਹੁਣ ਤੁਸੀਂ ਇਲੈਕਸ਼ਨ ਲੜੋ, ਤਾਂ ਲੋਕਾਂ ਨੇ ਮੈਨੂੰ ਤਿਆਰ ਕੀਤਾ। ਪੁਲਿਸਿੰਗ ਵਾਸਤੇ ਵੀ ਦੇਖੋ ਅੰਮ੍ਰਿਤਸਰ ਦੇ ਲੋਕਾਂ, ਅੰਮ੍ਰਿਤਸਰ ਦੇ ਵਿੱਚ ਹੀ ਜ਼ਿਆਦਾ ਮੇਰੀ ਪੋਸਟਿੰਗ ਰਹੀ, ਜੋ ਉਹਨਾਂ ਦੀ ਜ਼ਰੂਰਤ ਰਹੀ ਮੈਂ ਉਹਨਾਂ ਦੀ ਜ਼ਰੂਰਤ ਦੇ ਹਿਸਾਬ ਦੇ ਨਾਲ ਆਪਣੇ ਆਪ ਨੂੰ ਤਿਆਰ ਕੀਤਾ। ਇੱਕ ਤਰੀਕੇ ਦੇ ਨਾਲ ਕਹੋਗੇ ਕਿ ਮੈਨੂੰ ਪੁਲਿਸਿੰਗ ਸਿਖਾਈ ਅੰਮ੍ਰਿਤਸਰ ਦੇ ਲੋਕਾਂ ਨੇ ਔਰ ਉਹਨਾਂ ਦੀ ਜ਼ਰੂਰਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਮੈਂ ਪੁਲਿਸਿੰਗ ਕੀਤੀ। ਜਦੋਂ ਮੈਂ ਨੌਕਰੀ ਛੱਡ ਦਿੱਤੀ ਤਾਂ ਉਹਨਾਂ ਨੇ ਕਿਹਾ ਕਿ ਤੁਸੀਂ ਇਲੈਕਸ਼ਨ ਜ਼ਰੂਰ ਲੜੋ ਔਰ ਮੈਂ ਇਲੈਕਸ਼ਨ ਲੜਿਆ ਜੀ ਔਰ ਮੇਰਾ ਇਲੈਕਸ਼ਨ ਉਹਨਾਂ ਲੋਕਾਂ ਨੇ ਲੜ ਲਿਆ ਜੀ। ਇਸ ਕਰਕੇ ਦੇਖੋ ਉਹਨਾਂ ਦਾ ਮੈਂ ਮਤਲਬ ਪੂਰੀ ਉਮਰ ਤੱਕ ਔਰ ਇਹ ऋण मैं चुका नहीं सकता हाँ जी, और ये ऋण लेके ही मैं इस दुनिया तो चले जाना मैं उचित समझदा हाँ, क्योंकि वो बहुत बड़ा मेरे ते उपकार है उन्हां दा। और जी सवाल तो जवाब तो ਤੁਸੀਂ ਫੇਰ ਨਹੀਂ ਦਿੱਤਾ, ਤੇ ਇਹ ਦੱਸ ਦਿਓ ਵੀ ਇਹ 6 ਸਾਲ ਦਾ ਮਤਲਬ ਕੀ ਹੈ। ਪੈਸ਼ੈਂਸ ਰੱਖੋ, ਪੈਸ਼ੈਂਸ ਰੱਖੋ। ਤੇ ਮੈਂ ਉਸੇ ਗੱਲ ਤੇ ਆਉਣਾ ਹਾਂ ਕਿ ਇਹ ਜੀਤ ਜਿਹੜੀ ਹੈ ਅੰਮ੍ਰਿਤਸਰ ਦੇ ਲੋਕਾਂ ਦੀ ਹੈ ਜੀ। ਫਿਰ ਤੁਸੀਂ ਦੇਖੋ ਬਤੌਰ ਐਮਐਲਏ ਫਸਟ ਡੇ ਤੋਂ ਸਵੇਰੇ 6 ਵਜੇ ਤੋਂ ਲੈ ਕੇ ਰਾਤ ਨੂੰ 11 ਵਜੇ ਤੱਕ ਜੀ ਮੈਂ ਕੰਮ ਕਰਦਾ ਹਾਂ ਔਰ ਅੰਮ੍ਰਿਤਸਰ ਦੇ ਲੋਕ ਤਾਂ ਮੈਨੂੰ ਮਿਲਦੇ ਹੀ ਨੇ। ਅੰਮ੍ਰਿਤਸਰ ਤੋਂ ਇਲਾਵਾ ਵੀ ਦੂਸਰੇ ਜ਼ਿਲ੍ਹਿਆਂ ਦੇ ਵੀ ਲੋਕ ਆਉਂਦੇ ਨੇ ਮੇਰੇ ਮਤਲਬ ਦਫ਼ਤਰ ਦੇ ਵਿੱਚ ਜਾਂ ਮੇਰੇ ਘਰ ਦੇ ਵਿੱਚ। ਇਹ ਮਤਲਬ ਨਹੀਂ ਪੁੱਛਿਆ ਜਾਂਦਾ ਹੈ ਕਿ ਤੁਹਾਡਾ ਜ਼ਿਲ੍ਹਾ ਕਿਹੜਾ ਹੈ, ਤੁਹਾਡਾ ਹਲਕਾ ਕਿਹੜਾ ਹੈ। ਅੱਜ ਮੈਂ ਇੱਥੇ ਨਹੀਂ ਹਾਂ ਲੇਕਿਨ ਫਿਰ ਵੀ 4-5 ਵਿਅਕਤੀ ਲੀਡਰ ਉੱਥੇ ਬੈਠੇ ਹੋਣਗੇ। ਲੋਕਾਂ ਦੀਆਂ ਸਮੱਸਿਆਵਾਂ ਹੁੰਦੀਆਂ ਨੇ। ਹਰ ਸਮੱਸਿਆ ਦਾ ਦੇਖੋ ਛੋਟਾ ਮਤਲਬ ਦੇਖੋ ਕਿਸੇ ਦਫ਼ਤਰ ਦੇ ਵਿੱਚ ਕੰਮ ਹੁੰਦਾ ਹੈ, ਕਿਸੇ ਦਫ਼ਤਰ ਦੇ ਵਿੱਚ ਕੰਮ ਹੁੰਦਾ ਹੈ, ਲੋਕਾਂ ਨੂੰ ਉਹਨੀ ਸਮਝ ਨਹੀਂ ਹੁੰਦੀ ਹੈ। ਤਾਂ ਇਸ ਕਰਕੇ ਤੁਸੀਂ ਦੇਖੋਗੇ ਮੇਰੇ ਦਫ਼ਤਰ ਦੇ ਵਿੱਚ ਪੂਰੇ ਪੰਜਾਬ ਦਾ ਕੰਮ ਹੁੰਦਾ ਹੈ ਔਰ ਅੰਮ੍ਰਿਤਸਰ ਦੇ ਲੋਕ ਦੇਖੋ, ਅੰਮ੍ਰਿਤਸਰ ਦੇ ਲੋਕਾਂ ਨੂੰ ਖਾਸ ਕਰ ਨਾਰਥ ਹਲਕੇ ਦੇ ਲੋਕਾਂ ਨੂੰ काम कराउन वास्ते किसी थां ते जाना नहीं हुंदा है। सुनो एक ट्रेडमार्क बन गया है, ये सुनने वाली गल है। मैनू राजनीति नहीं आउंदी, सीखनी भी नहीं है, लेकिन अमृतसर नॉर्थ एक ट्रेडमार्क बन गया है। कोई भी किसी दफ्तर दे विच जांदा है तो पहला दसदा है कि अमृतसर नॉर्थ तो आए हैं, ठीक है। मैं हरेक अपने वोटर नूं एमएलए दा दर्जा दिता होया, क्यों? उन्होंने मैनू एमएलए बनाया है। ते मुख्य मंत्री भी कहंदे सी सारा पंजाब मुख्य मंत्री बन गया जिस दिन सौ चुक ली पर बनया नहीं, लेकिन आज ये रियलिटी है। नॉर्थ हल्का तुसी आओ, मैं चाहुंदा सी कि तुहानू इनवाइट करिए, उत्थे देखो छोटी सी गल है। देखो एक म्यूजिकल फाउंटेन सीगा जदों असीं जांदे सी कंपनी बाग दे विच, तुसी सुनो पेशेंस रखो, म्यूजिकल फाउंटेन सीगा, लोग बोलते सी कि ये चालू ही नहीं हो सकता है जी, 5 साल तो बंद सीगा। मैं कहा सी कि देखो जी साडी सरकार बनाओ, मैं चालू करवा देना हाँ जी। आज म्यूजिकल फाउंटेन चालू भी हो गया जी। ਤੁਸੀਂ 6 ਸਾਲ ਦਾ ਜਵਾਬ ਨਹੀਂ ਦੇ ਰਹੇ, ਤੁਸੀਂ म्यूजिकल फाउंटेन ਤੇ ਲੈ ਗਏ ਕਿੱਥੋਂ ਚੱਕ ਕੇ ਸਾਨੂੰ। ਆਖਰੀ ਸਵਾਲ ਦਾ ਜਵਾਬ ਦੇ ਦਿਓ, 6 ਸਾਲ ਦਾ ਮਤਲਬ ਕੀ ਸੀਗਾ? ਬਾਕੀ ਵੀ ਵੇਟ ਕਰ ਰਹੇ, ਆਖਰੀ ਸਵਾਲ ਦਾ ਜਵਾਬ ਦੇ ਦਿਓ। मैं देखो मैं यही कह रहा कि अमृतसर नॉर्थ एक ट्रेड बन गया है, ट्रेडमार्क बन गया है। किसी दफ्तर दे विच किसी दा काम होवे जेकर जाके वो बोल देवे कि मैं अमृतसर नॉर्थ तो आया हूं, तो प्रायोरिटी दे आधार ते ओदा काम हुंदा है। ते सही मायने दे विच एमएलए मेरे वोटर बने हुए ने जी, तो उन्हां लोकां नूं बहुत खुशी हुंदी है कि जो एमएलए जिस एमएलए नूं वो चुन के ले आए ने वो एमएलए उन्हां लोकां नूं एमएलए बना दिता जी। दूसरी गल तुसीं 6 साल दी कर रहे हो, बरगाड़ी दा मसला है। देखो आफ्टर ऑल तुसीं देखो मैं नौकरी बरगाड़ी मुद्दे ते ही छड्डी सी, कैप्टन अमरिंदर सिंह दी कुर्सी गई बरगाड़ी मुद्दे ते ही गई, क्योंकि मेरी नौकरी छड्डन तो बाद देखो नवजोत सिद्धू ने ट्विटर ते जां होर तरीके दे नाल काफ़ी कुछ कीता, हौली हौली। और ये भी देखो एक चीज़ अंदर दी गल तुहानूं दसदा हां कि जदों मैं नौकरी छड्डी सी तो 22 तारीख नूं मैनूं रिलीविंग लेटर मिल गया, तो उहदा धन्नवाद करन वास्ते भी कैप्टन साहब दे कोल मैं गया सी, थैंक्स करन वास्ते गया सी, और कल्ले नहीं गया सी।
ਕੱਲੇ ਨਹੀਂ ਗਿਆ ਸੀ, ਉਦੋਂ ਦੇ ਮਾਨਯੋਗ ਸਪੀਕਰ ਸਾਹਿਬ ਨੂੰ ਨਾਲ ਲੈ ਕੇ ਗਿਆ ਸੀ ਕਿ ਚਲੋ ਜੀ ਕੈਪਟਨ ਸਾਹਿਬ ਦਾ ਅਸੀਂ ਧੰਨਵਾਦ ਕਰਨਾ ਹੈ। ਇੱਕ ਆਈਪੀਐਸ ਅਫਸਰ 9 ਸਾਲ ਦੀ ਰਹਿੰਦੀ ਹੋਈ ਸਰਵਿਸ ਨੂੰ ਛੱਡ ਰਿਹਾ ਹੈ ਔਰ ਸੀਐਮ ਦਾ ਧੰਨਵਾਦ ਕਰਨ ਵਾਸਤੇ ਜਾ ਰਿਹਾ ਹੈ, ਔਰ ਉਦੋਂ ਦੇ ਸਪੀਕਰ ਸਾਹਿਬ ਨੂੰ ਨਾਲ ਲੈ ਕੇ ਜਾ ਰਿਹਾ ਕਿ ਕੋਈ ਨਾ ਕੋਈ ਗਵਾਹ ਹੋਣਾ ਚਾਹੀਦਾ ਹੈ ਜੀ। ਔਰ ਸੁਣੋ, ਉੱਥੇ ਇਹ ਤਕਰੀਬਨ ਕੈਪਟਨ ਸਾਹਿਬ ਨੂੰ ਵੀ ਪਤਾ ਲੱਗ ਗਿਆ ਸੀ ਕਿ ਆਉਣ ਵਾਲਾ ਇਲੈਕਸ਼ਨ ਜੋ 2022 ਵਾਲਾ ਉਹ ਨਹੀਂ ਕਰਾਉਣਗੇ ਬਤੌਰ ਮੁੱਖ ਮੰਤਰੀ, ਕਾਰਨ ਉਹਨਾਂ ਨੂੰ ਪਤਾ ਸੀ ਕਿ ਜੋ ਉਹਨਾਂ ਦੇ ਸਲਾਹਕਾਰ ਸੀਗੇ ਸਾਰਿਆਂ ਨੇ ਗਲਤ ਸਲਾਹ ਦਿੱਤੀ ਸੀ। ਹੁਣ ਤੁਸੀਂ 6 ਮਹੀਨੇ ਹੋ ਗਏ ਸਾਡੀ ਸਰਕਾਰ ਦੇ, ਤੁਸੀਂ ਦੇਖੋਗੇ ਕਿ ਜਿਸ ਦਿਨ 16 ਮਾਰਚ ਨੂੰ ਸਾਡੇ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣੇ ਸੀ, 17 ਨੂੰ ਇੱਥੇ ਐਮਐਲਏ ਸਾਹਿਬਾਨ ਨੇ ਓਥ ਲਿਆ ਸੀ, ਔਰ 21 ਤਰੀਕ ਨੂੰ ਇਸ ਹਾਊਸ ਦੇ ਵਿੱਚ ਹੀ ਇੱਕ ਚਿੱਠੀ ਉਹਨਾਂ ਨੂੰ ਮੈਂ ਦਿੱਤੀ ਔਰ ਸਾਰਾ ਬਰਗਾੜੀ ਦਾ ਉਹਦੇ ਵਿੱਚ ਹਿਸਾਬ ਕਿਤਾਬ ਦੇ ਦਿੱਤਾ ਕਿ ਸਰ ਮੈਂ 24 ਆਵਰ ਹਾਜ਼ਰ ਹਾਂ, ਸਾਡੀ ਸਰਕਾਰ ਆਈ ਵੀ ਹੈ, ਲੋਕਾਂ ਨੇ ਬਰਗਾੜੀ ਇੱਕ ਬਹੁਤ ਵੱਡਾ ਮੁੱਦਾ ਸੀਗਾ ਇਲੈਕਸ਼ਨ ਦੇ ਦੌਰਾਨ ਤੇ ਇਹ ਇਨਸਾਫ ਦਿਲਾਉਣਾ ਹੈ। ਤੇ 21 ਤਰੀਕ ਨੂੰ ਮੈਂ ਉਹਨਾਂ ਨੂੰ ਸੋਮਵਾਰ ਸੀਗਾ ਬਾਈ ਹੈਂਡ ਹਾਊਸ ਦੇ ਵਿੱਚ ਹੀ ਸੈਸ਼ਨ ਸ਼ੁਰੂ ਹੋਣ ਤੋਂ ਥੋੜਾ ਪਹਿਲਾਂ ਮੈਂ ਚਿੱਠੀ ਦੇ ਦਿੱਤੀ ਸੀ, ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਸਰ ਇਨਸਾਫ ਦਿਲਾਉਣਾ ਹੁਣ ਤੁਹਾਡਾ ਕੰਮ ਹੈ ਔਰ ਮੈਂ ਮਦਦ ਵਾਸਤੇ ਹਮੇਸ਼ਾ ਤਿਆਰ ਹਾਂ। ਉਸ ਤੋਂ ਬਾਅਦ ਵੀ ਤੁਸੀਂ ਦੇਖੋਗੇ ਟਾਈਮ ਟੂ ਟਾਈਮ ਮੈਂ ਮਿਲ ਕੇ ਵੀ ਔਰ ਫਿਰ ਚਿੱਠੀ ਲਿਖੀ ਸੀ ਜਦੋਂ ਮੈਨੂੰ ਇਹ ਪਤਾ ਲੱਗਿਆ ਕਿ ਬਹਬਲ ਕਲਾ ਦੀ ਰਿਪੋਰਟ ਵੀ ਖਾਰਿਜ ਹੋਣ ਜਾ ਰਹੀ ਹੈ ਔਰ 20 ਤਰੀਕ ਨੂੰ ਅਦਾਲਤ ਦੇ ਵਿੱਚ ਡੇਟ ਸੀਗਾ ਤਾਂ 19 ਤਰੀਕ ਨੂੰ ਵੀ ਮੈਂ ਇੱਕ ਚਿੱਠੀ ਲਿਖੀ ਸੀ ਔਰ ਮੈਂ ਸਪੀਕਰ ਸਾਹਿਬ ਨੂੰ ਵੀ ਮਿਲ ਕੇ ਆਇਆ ਸੀ, ਉਹਨਾਂ ਨੂੰ ਵੀ ਕਾਪੀ ਦਿੱਤੀ ਸੀ। ਮੈਂ ਕਿਹਾ ਇਹ ਕੇਸ ਬਚਾਓ, ਇੱਕ ਤਾਂ ਲਾਸਟ ਈਅਰ ਖਾਰਿਜ ਹੋ ਗਿਆ ਤੇ ਜੇਕਰ ਮੰਨ ਲਓ ਬਹਬਲ ਕਲਾ ਦੀ ਰਿਪੋਰਟ ਵੀ ਖਾਰਿਜ ਹੋ ਜਾਂਦੀ ਹੈ ਤਾਂ ਬਹੁਤ ਸਿਆਪਾ ਹੋ ਜਾਣਾ ਹੈ। ਲੇਕਿਨ ਤੁਸੀਂ ਦੇਖੋ 4 ਜੁਲਾਈ ਨੂੰ ਜੋ ਆਰਡਰ ਆਇਆ ਉਹਦੇ ਵਿੱਚ ਮੇਰੀ ਰਿਪੋਰਟ ਜੋ ਬਹਬਲ ਕਲਾ ਦੀ ਸੀਗੀ ਮਾਨਯੋਗ ਹਾਈ ਕੋਰਟ ਨੇ ਉਸ ਦੇ ਉੱਤੇ ਸਟੈਂਪ ਲਗਾਇਆ, ਮੁਹਰ ਲਗਾਇਆ ਜੀ। ਤੁਸੀਂ ਦੇਖੋਗੇ ਮੈਂ ਟਾਈਮ ਟੂ ਟਾਈਮ ਆਪਣੇ ਮੁੱਖ ਮੰਤਰੀ ਸਾਹਿਬ ਨੂੰ ਜਾਂ ਹੋਰ ਮੰਤਰੀ ਸਾਹਿਬਾਨ ਨੂੰ, ਬਾਕੀ ਐਮਐਲਏ ਸਾਹਿਬਾਨ ਨੂੰ ਜਾਂ ਸਾਡੀ ਪਾਰਟੀ ਦੇ ਜਿਹੜੇ ਮੁਖੀ ਨੇ ਜਾਂ ਜੋ ਪਾਰਟੀ ਦੇ ਵੱਡੇ ਅਹੁਦੇਦਾਰ ਨੇ ਸਾਰਿਆਂ ਦੇ ਅੱਗੇ ਮੈਂ ਇਹੀ ਚੀਜ਼, ਇੱਕ ਡਰੱਗਸ ਦਾ ਮੁੱਦਾ ਔਰ ਇੱਕ ਬੇਅਦਬੀ ਦਾ ਮੁੱਦਾ, ਬਾਕੀ ਜਿਹੜੇ ਆਮ ਮੁੱਦੇ ਨੇ ਦੇਖੋ ਆਪਣੀ ਕਨਸਟੀਚੁਐਂਸੀ ਦਾ ਆਪਣੇ ਸ਼ਹਿਰ ਦਾ ਮੁੱਦਾ ਤਾਂ ਮੈਂ ਕੁਐਸਚਨ ਆਵਰ ਦੇ ਵਿੱਚ ਵੀ ਮੈਂ ਰੱਖਦਾ ਹਾਂ, ਲੇਕਿਨ ਇਹ ਜਿਹੜੇ 2 ਮੁੱਦੇ ਡਰੱਗਸ ਦੇ ਤੇ ਬਰਗਾੜੀ ਦੇ, ਇਹ ਮੁੱਦਾ ਮੈਂ ਹਰ ਫੋਰਮ ਦੇ ਉੱਤੇ ਇੰਟਰਨਲ ਫੋਰਮ ਦੇ ਉੱਤੇ ਮੈਂ ਰੱਖਦਾ ਹਾਂ ਔਰ ਮੈਨੂੰ ਪੂਰਨ ਆਸ ਹੈ, ਪੂਰੀ ਉਮੀਦ ਹੈ ਕਿ मतलब सुनवाई होनी है और इंसाफ भी ये देंगे और मैं असिस्ट करने वास्ते हमेशा तैयार रहूंगा। सिर्फ पेशेंस रखो, मैं भी बहुत पेशेंस रखता हूँ। थैंक यू। किसान कुंवर विजय प्रताप सिंह सोमवार ਨੂੰ ਜਦੋਂ ਸੈਸ਼ਨ ਹੋਣਾ ਹੈ ਤੇ ਉਸ ਈਮੇਲ ਦਾ ਖੁਲਾਸਾ ਕਰਨਗੇ ਕੁੰਵਰ ਵਿਜੇ ਪ੍ਰਤਾਪ ਸਿੰਘ, ਜਿਹੜੇ ਉਸ ਸਮੇਂ ਦੇ ਏਜੀ ਵੱਲੋਂ ਕਹਿੰਦੇ ਦੱਸੀ ਕੀਤੀ ਗਈ ਸੀਗੀ, ਜਿਸ ਦੇ ਵਿੱਚ ਕੇਸ ਦੀ ਹੀਅਰਿੰਗ ਨਾਲ ਜੁੜੀਆਂ ਕੁਝ ਖਾਸ ਗੱਲਾਂ ਨੇ। ਕਹਿੰਦੇ ਮੈਂ ਵਿਧਾਨ ਸਭਾ ਦੇ ਅੰਦਰ ਹੀ ਖੁਲਾਸਾ ਕਰੂੰਗਾ ਕਿ ਉਸ ਈਮੇਲ ਦੇ ਵਿੱਚ ਕੀ ਲਿਖਿਆ ਗਿਆ ਸੀ। ਪਹਿਲੀ ਵਾਰੀ ਬਰਗਾੜੀ ਮਾਮਲੇ ਨਾਲ ਜੁੜੀ ਕੋਈ ਨਵੀਂ ਈਮੇਲ ਜਿਹੜੀ ਹੈ ਉਹ ਸਾਹਮਣੇ ਆਏਗੀ, ਪਰ ਇਹਨਾਂ ਜ਼ਰੂਰ ਚਰਚਾ ਚੱਲ ਰਹੀ ਹੈ ਸਿਆਸੀ ਸਮਾਂ ਦੇ ਵਿੱਚ ਕਿ ਇਸ ਮੁੱਦੇ ਨੂੰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸਹੀ ਤਰ੍ਹਾਂ ਦੇ ਨਾਲ ਵਿਧਾਨ ਸਭਾ ਦੇ ਅੰਦਰ ਨਹੀਂ ਚੁੱਕਣ ਦਿੱਤਾ ਜਾ ਰਿਹਾ। ਕਿਤੇ ਨਾ ਕਿਤੇ ਕੁੰਵਰ ਇਸ ਸਮੇਂ ਵੀ ਆਪਣੀ ਪਾਰਟੀ ਦੇ ਵਿੱਚ ਇੰਟਰਨਲ ਪੋਲਿਟਿਕਸ ਦਾ ਸ਼ਿਕਾਰ ਹੋ ਰਹੇ ਨੇ। ਕੁੰਵਰ ਵਿਜੇ ਪ੍ਰਤਾਪ ਸਿੰਘ ਇਸ਼ਾਰੇ ਦੇ ਵਿੱਚ ਇਹ ਜ਼ਰੂਰ ਕਹਿੰਦੇ ਨੇ ਕਿ 6 ਮਹੀਨੇ ਦਾ ਸਮਾਂ ਬੀਤ ਗਿਆ, ਮੈਨੂੰ ਆਸ ਹੈ ਕਿ ਸਰਕਾਰ ਇਸ ਤੇ ਫੈਸਲਾ ਲਵੇਗੀ। ਮੈਂ ਵੱਖ-ਵੱਖ ਸਮੇਂ ਤੇ ਵੱਖ-ਵੱਖ ਪਾਰਟੀ ਲੀਡਰਾਂ ਦੇ ਨਾਲ ਪਾਰਟੀ ਦੇ ਅੰਦਰ ਫੋਰਮ ਤੇ ਗੱਲ ਚੁੱਕਦਾ ਰਹਿਣਾ। ਸੋਮਵਾਰ ਨੂੰ ਇਹ ਦੇਖਣਾ ਬਹੁਤ ਇੰਪੋਰਟੈਂਟ ਹੋਏਗਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਇਸ ਕੇਸ ਨਾਲ ਜੁੜੇ ਹੋਰ ਕੀ ਖੁਲਾਸੇ ਕਰਦੇ ਨੇ। ਕੈਮਰਾਮੈਨ ਪ੍ਰਭਜੋਤ ਦੇ ਨਾਲ ਕਮਲ ਭਾਟੀਆ, ਦੈਨਿਕ ਸਵੇਰਾ, ਚੰਡੀਗੜ੍ਹ। ਗੁਰੂ ਸਮੀਰ ਜੀ, ਤੁਹਾਡੇ ਸ਼ਹਿਰ 'ਚ ਪਹਿਲੀ ਵਾਰ ਅਦਭੁਤ ਸ਼ਕਤੀ ਚਮਤਕਾਰ ਦੇਖੋ। ਦੇਸ਼ ਵਿਦੇਸ਼ ਬੈਠੇ ਸਾਨੂੰ WhatsApp ਤੇ ਵੀ ਕਾਲ ਕਰ ਸਕਦੇ ਆ। ਘਰ ਬੈਠੇ 11 ਮਿੰਟਾਂ 'ਚ 101% ਗਰੰਟੀ ਨਾਲ ਵਸ਼ੀਕਰਨ ਅਤੇ ਮੁੱਠ ਕਰਨੀ ਦੇ ਮਾਹਰ। ਸਭ ਤੋਂ ਪਹਿਲਾਂ ਕੰਮ ਕਰਨ ਦਾ ਵਾਅਦਾ ਕਹਿੰਦੇ ਨਹੀਂ, ਕਰਕੇ ਦਿਖਾਉਂਦੇ ਆ। ਨੌਕਰੀ, ਪ੍ਰਮੋਸ਼ਨ, ਕਾਰੋਬਾਰ 'ਚ ਪਰੇਸ਼ਾਨੀ, ਘਰ 'ਚ ਝਗੜਾ, ਬਰਕਤ, ਔਲਾਦ ਕਹਿਣੇ ਤੋਂ ਬਾਹਰ ਹੋਣਾ, ਕੋਰਟ ਕੇਸ, ਤਲਾਕ, ਪ੍ਰੋਪਰਟੀ ਡਿਸਪਿਊਟ, ਗੁਪਤ ਰੋਗ, ਪੁਰਾਣਾ ਦਰਦ, ਪਤੀ ਪਤਨੀ 'ਚ ਅਣਬਣ, ਜਾਦੂ ਟੋਣਾ, ਮਨਮੋਹਣੀ, ਵਸ਼ੀਕਰਨ ਕਰਵਾਓ ਜਾਂ ਤੁੜਵਾਓ। ਸੋਤਨ ਦੁਸ਼ਮਣ ਤੋਂ ਛੁਟਕਾਰਾ ਸਦਾ ਲਈ, ਰੁੱਸੇ ਨੂੰ ਮਨਾਉਣਾ, ਪਿਆਰ, ਮੁਹੱਬਤ। ਸੰਪਰਕ ਕਰੋ 9958635478।